ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਜੇਕਰ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਨੂੰ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਕੀ ਕਰਨਾ ਪਵੇਗਾ। ਇੱਕ ਵਾਰ ਦੀ ਗੱਲ ਹੈ, ਇੱਕ ਵਾਰ ਇੱਕ ਲੱਕੜਹਾਰਾ ਸੀ। ਉਹ ਲੱਕੜਾਂ ਦਾ ਕੰਮ ਕਰਿਆ ਕਰਦਾ ਸੀ। ਉਹ ਨਾਲ ਲੋਕਾਂ ਦੇ ਘਰਾਂ ਦੇ ਦਰਵਾਜ਼ੇ, ਬੂਹੇ, ਬਾਰੀਆਂ ਇਹ ਸਭ ਕੁਝ ਬਣਾਇਆ ਕਰਦਾ ਸੀ। ਪਰ ਉਹ ਰੱਬ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ, ਜਿਸ ਨੂੰ ਅਸੀਂ ਨਾਸਤਿਕ ਕਹਿੰਦੇ ਹਾਂ। ਉਹ ਕਹਿੰਦਾ ਸੀ ਰੱਬ ਵੀ ਕੋਈ ਹੋਂਦ ਹੈ, ਰੱਬ ਵਰਗੀ ਕੋਈ ਚੀਜ਼ ਨਹੀਂ ਹੈ। ਅਤੇ ਇੱਕ ਦਿਨ ਕੀ ਹੁੰਦਾ ਹੈ, ਇੱਕ ਰੱਬ ਦਾ ਭਗਤ ਉਹਦੀ ਦੁਕਾਨ 'ਤੇ ਚਲਾ ਜਾਂਦਾ ਹੈ। ਉਸ ਦੀ ਦੁਕਾਨ 'ਤੇ ਆ ਕੇ ਕਹਿੰਦਾ ਹੈ, ਸ਼ੁਕਰ ਹੈ ਪਰਮਾਤਮਾ। ਉਸ ਦਾ ਰੱਬ ਵਿੱਚ ਬੜਾ ਜ਼ਿਆਦਾ ਵਿਸ਼ਵਾਸ ਸੀ। ਉਹ ਹਰ ਵਕਤ ਰੱਬ ਨੂੰ ਧਿਆਉਂਦਾ ਸੀ ਅਤੇ ਉਸ ਪਿੰਡ ਵਿੱਚ ਵੀ ਨਵਾਂ ਆਇਆ ਸੀ। ਜਦੋਂ ਉਹਦੀ ਦੁਕਾਨ 'ਤੇ ਆ ਗਿਆ, ਉਹਨੇ ਜਦੋਂ ਬੈਠਾ ਤਾਂ ਉਹਨੇ ਫਿਰ ਕਿਹਾ, ਸ਼ੁਕਰ ਹੈ ਮੇਰੇ ਪ੍ਰਭੂ, ਸ਼ੁਕਰ ਹੈ ਮੇਰੇ ਪਰਮਾਤਮਾ। ਇਹ ਸੁਣ ਕੇ ਉਹ ਲੱਕੜਹਾਰਾ ਕਹਿੰਦਾ ਕਿ ਕੌਣ ਪਰਮਾਤਮਾ, ਕਿਸ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ? ਇਸ ਜਗਤ ਉੱਤੇ ਕੋਈ ਰੱਬ ਨਹੀਂ ਹੈ। ਇਹ ਗੁਰੂ ਨੂੰ ਕਿਹੜੇ ਗੁਰੂ 'ਤੇ ਮਿਹਰਬਾਨ ਹੋਈ ਜਾ ਰਿਹਾ? ਇੱਥੇ ਕੋਈ ਨਹੀਂ ਹੈ। ਤੂੰ ਕਿਸ ਪਿੱਛੇ ਭੱਜਿਆ ਪਿਆ? ਤੂੰ ਕਿਸ ਪਿੱਛੇ ਪਿਆ ਹੋਇਆ ਹੈ? ਤਾਂ ਉਹ ਲੱਕੜਹਾਰੇ ਵੱਲ ਵੇਖ ਕੇ ਹੈਰਾਨ ਹੋ ਗਿਆ। ਉਹ ਕਹਿਣ ਲੱਗਾ, ਉਹ ਪੁਰਖਾ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰੱਬ ਨਹੀਂ ਹੈ? ਤਾਂ ਉਹ ਲੱਕੜਹਾਰੇ ਦੀ ਕਿਰਤ ਕਰਨ ਵਾਲੇ ਨੇ ਕਿਹਾ, ਚੱਲ ਮੇਰੇ ਨਾਲ, ਮੈਂ ਤੈਨੂੰ ਦਿਖਾਉਂਦਾ ਕਿ ਰੱਬ ਨਹੀਂ ਹੈ। ਅਤੇ ਉਹਦਾ ਹੱਥ ਫੜ ਕੇ ਉਸਨੂੰ ਉੱਥੋਂ ਬਾਹਰ ਲੈ ਆਇਆ। ਤਾਂ ਜਦੋਂ ਬਾਹਰ ਲੈ ਕੇ ਆਇਆ ਤਾਂ ਉਸਦੀ ਜੋ ਹੱਟੀ ਸੀ, ਜੋ ਉਸਦੀ ਦੁਕਾਨ ਸੀ, ਉਹ ਬਾਜ਼ਾਰ ਵਿੱਚ ਸੀ। ਉਹਨੇ ਸਾਰੇ ਬਾਜ਼ਾਰ ਵੱਲ ਇਸ਼ਾਰਾ ਕੀਤਾ, ਇਹ ਸੰਸਾਰ ਦੇ ਹਾਲਾਤ ਦੇਖ ਤੂੰ। ਉਹ ਦੇਖ ਕੇ ਉਹਨੂੰ ਸਾਹਮਣੇ ਇੱਕ ਭੀਖ ਮੰਗ ਰਿਹਾ ਵਿਅਕਤੀ ਦਿਖਾਈ ਦਿੰਦਾ। ਉਹ ਕਹਿੰਦਾ, ਉਹ ਇੱਕ ਸਾਹਮਣੇ ਉਹ ਭੀਖ ਮੰਗ ਰਿਹਾ, ਉਹ ਤਾਂ ਸਰੀਰ ਢੱਕਣ ਲਈ ਕੱਪੜਾ ਵੀ ਨਹੀਂ ਹੈ। ਜੇ ਸੰਸਾਰ 'ਤੇ ਰੱਬ ਹੁੰਦਾ ਤਾਂ ਇਸ ਦੀ ਇਹ ਅਵਸਥਾ ਹੁੰਦੀ? ਉਹ ਸਾਹਮਣੇ ਦੇਖ ਦਵਾਈਖਾਨਾ, ਉੱਥੇ ਕਿੰਨੇ ਮਰੀਜ਼ ਹਨ, ਉੱਥੇ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ, ਕਿਵੇਂ ਕਿਵੇਂ ਦੇ ਰੋਗੀ ਹਨ, ਉਹ ਕਿੰਨੇ ਦੁਖੀ ਹਨ। ਜੇ ਸੱਚੀ ਇਸ ਸੰਸਾਰ 'ਤੇ ਰੱਬ ਹੁੰਦਾ ਤਾਂ ਕੀ ਇਹਨਾਂ ਨੂੰ ਇਹ ਅਵਸਥਾ ਹੁੰਦੀ, ਇਹ ਅਵਸਥਾ ਭੋਗਣੀ ਪੈਂਦੀ? ਹੈ ਤੇਰੇ ਕੋਲ ਜਵਾਬ? ਸੰਸਾਰ 'ਤੇ ਕਿੰਨੀ ਗਰੀਬੀ ਹੈ, ਸੰਸਾਰ ਵਿੱਚ ਕਿੰਨੇ ਕਸ਼ਟ ਹਨ। ਜੇਕਰ ਸੱਚੀ ਵਿੱਚ ਰੱਬ ਹੁੰਦਾ ਤਾਂ ਸੰਸਾਰ ਦੀ ਇਹ ਅਵਸਥਾ ਹੁੰਦੀ? ਨਹੀਂ ਹੁੰਦੀ ਨਾ। ਇਹ ਕਸ਼ਟ ਵੀ ਨਾ ਹੁੰਦੇ। ਇਸ ਲਈ ਇਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਰੱਬ ਨਹੀਂ ਹੈ। ਇਹੀ ਕਾਰਨ ਹੈ ਕਿ ਮੈਂ ਨਾਸਤਿਕ ਹਾਂ। ਐਵੇਂ ਸੰਸਾਰ ਦੇ ਲੋਕਾਂ ਨੇ ਰੌਲਾ ਪਾਇਆ ਪਿਆ, ਰੱਬ ਹੈ, ਰੱਬ ਹੈ, ਰੱਬ ਹੈ। ਰੱਬ ਰੂਪ ਕੋਈ ਨਹੀਂ ਹੁੰਦਾ। ਮੈਂ ਨਹੀਂ ਮੰਨਦਾ ਇਹਨਾਂ ਵਿੱਚੋਂ ਕਿਸੇ ਨੂੰ। ਜੇਕਰ ਰੱਬ ਹੁੰਦਾ, ਉਹਦੀ ਸ਼ਕਤੀ ਹੁੰਦੀ ਤਾਂ ਜੋ ਇਹ ਸਾਹਮਣੇ ਬੈਠੇ ਆ, ਇਹ ਭੁੱਖਾ ਨਾ ਹੁੰਦਾ। ਇਸ ਕਰਕੇ ਦੇਖ ਕੋਈ ਜਵਾਬ ਦੇ। ਉਹ ਪੁਰਖ ਕੁਛ ਨਾ ਬੋਲਿਆ ਅਤੇ ਚੁੱਪ ਕਰਕੇ ਅੰਦਰ ਆ ਬੈਠਾ। ਉਹ ਲੱਕੜਾਂ ਦਾ ਕੰਮ ਕਰਨ ਵਾਲਾ ਬਹੁਤ ਖੁਸ਼ ਹੋਇਆ ਕਿ ਇਹ ਤਾਂ ਕੁਛ ਵੀ ਨਹੀਂ ਬੋਲਿਆ, ਇਸ ਕੋਲ ਤਾਂ ਕੋਈ ਜਵਾਬ ਨਹੀਂ। ਉਹ ਕਹਿੰਦਾ, ਦੇਖਿਆ, ਮੈਂ ਕਿਹਾ ਸੀ ਨਾ ਰੱਬ ਨਹੀਂ ਹੈ। ਜਦੋਂ ਪੁਰਖ ਦਾ ਕੰਮ ਹੋ ਗਿਆ ਤਾਂ ਉਸਨੇ ਉਸਨੂੰ ਪੈਸੇ ਦਿੱਤੇ। ਉਹ ਲੱਕੜਾਂ ਦਾ ਕੰਮ ਕਰਨ ਵਾਲਾ ਕਹਿਣ ਲੱਗਾ, ਹੁਣ ਸਮਝ ਗਿਆ ਨਾ ਕਿ ਸੰਸਾਰ ਵਿੱਚ ਕਿਤੇ ਵੀ ਰੱਬ ਨਹੀਂ ਹੈ। ਹੁਣ ਤੂੰ ਕਦੇ ਵੀ ਪਰਮਾਤਮਾ ਨੂੰ ਯਾਦ ਨਾ ਕਰੀ। ਜੇ ਤੈਨੂੰ ਪਰਮਾਤਮਾ ਦੀ ਯਾਦ ਆਏਗੀ ਤਾਂ ਇਹਨਾਂ ਦੁੱਖਾਂ ਕਸ਼ਟਾਂ ਨੂੰ ਯਾਦ ਕਰ ਲਈ। ਤੈਨੂੰ ਪਤਾ ਲੱਗ ਜਾਏਗਾ ਕਿ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੈ, ਨਾ ਹੀ ਉਹੀ ਕੋਈ ਹੋਂਦ ਹੈ। ਉਹ ਉੱਥੋਂ ਚੁੱਪ ਕਰਕੇ ਚਲਾ ਗਿਆ। ਕੁਝ ਸਮੇਂ ਬਾਅਦ ਹੀ ਉਹ ਵਾਪਸ ਆ ਗਿਆ ਅਤੇ ਆ ਕੇ ਲੱਕੜਹਾਰੇ ਨੂੰ ਕਹਿੰਦਾ, ਉਹ ਭਲੇ ਪੁਰਖਾਂ, ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਹੈ। ਤੁਸੀਂ ਇਹ ਤਾਂ ਸਿੱਧ ਕਰਤਾ ਕਿ ਪਰਮਾਤਮਾ ਨਹੀਂ ਹੈ, ਪਰ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਸੰਸਾਰ 'ਤੇ ਕੋਈ ਵੀ ਲੱਕੜਾਂ ਦਾ ਕੰਮ ਕਰਨ ਵਾਲਾ ਨਹੀਂ ਹੈ। ਉਹ ਕਹਿੰਦਾ, ਤੇਰੇ ਸਾਹਮਣੇ ਖੜਾ ਮੈਂ, ਤੂੰ ਹੁਣ ਮੇਰੇ ਤੋਂ ਆਪਣਾ ਕੰਮ ਕਰਵਾ ਕੇ ਗਿਆ, ਫਿਰ ਵੀ ਐਵੇਂ ਬੋਲੀ ਜਾ ਰਿਹਾ। ਮੈਂ ਹੈਗਾ ਤਾਂ ਹੀ ਤੇਰੇ ਕੰਮ ਆਇਆ, ਤੂੰ ਇਹ ਕਿਵੇਂ ਬੋਲੀ ਜਾ ਰਿਹਾ? ਉਹ ਪੁਰਖ ਕਹਿੰਦਾ, ਮੇਰੇ ਕੋਲ ਵੀ ਸਬੂਤ ਹਨ। ਜਿਵੇਂ ਤੂੰ ਸਬੂਤ ਦਿੱਤੇ ਸੀ ਨਾ ਭਿਖਾਰੀ ਨੂੰ ਦਿਖਾ ਕੇ, ਹਸਪਤਾਲ ਦਿਖਾ ਕੇ, ਮੇਰੇ ਕੋਲ ਵੀ ਐਵੇਂ ਸਬੂਤ ਹਨ। ਚੱਲ ਤੂੰ ਮੇਰੇ ਨਾਲ। ਉਹ ਉਹਦਾ ਹੱਥ ਫੜ ਕੇ ਉਹਨੂੰ ਇੱਕ ਐਸੇ ਮੁਹੱਲੇ 'ਚ ਲੈ ਕੇ ਗਿਆ ਜਿਸ ਮੁਹੱਲੇ ਵਿੱਚ ਸਭ ਦੇ ਘਰਾਂ ਦੇ ਦਰਵਾਜ਼ੇ, ਬੂਹੇ, ਖਿੜਕੀਆਂ, ਬਾਰੀਆਂ ਸਭ ਕੁਝ ਟੁੱਟਾ ਹੋਇਆ ਸੀ। ਕਿਸੇ ਦੇ ਘਰ ਵੀ ਐਸਾ ਕੋਈ ਸਾਮਾਨ ਨਹੀਂ ਸੀ ਜੋ ਲੱਕੜ ਦਾ ਸਹੀ ਸਲਾਮਤ ਹੋਵੇ।
ਤੇ ਕਈ ਕੁਝ ਧਰਤੀ ਤੇ ਡਿੱਗਿਆ ਹੋਇਆ ਸੀ। ਇਹਨੂੰ ਦੇਖ, ਹਾਲਾਤਾਂ ਨੂੰ ਦੇਖ, ਆਪਣੀ ਅੱਖੀਂ ਦੇਖ। ਹੁਣ ਤੂੰ ਦੱਸ, ਇਸ ਧਰਤੀ ਤੇ ਕੋਈ ਲੱਕੜ ਦਾ ਕੰਮ ਕਰਨ ਵਾਲਾ ਹੈ? ਲੱਕੜ ਦਾ ਕੰਮ ਕਰਨ ਵਾਲਾ ਉਹਦੇ ਵੱਲ ਦੇਖਦਾ ਤੇ ਕਹਿੰਦਾ, ਤੂੰ ਪਾਗਲ ਹੈ ਕਿ ਤੂੰ ਦਿਮਾਗ ਵੇਚ ਆਇਆ? ਇਹ ਇਹਨਾਂ ਦੀ ਗਲਤੀ ਹੈ ਕਿ ਇਹਨਾਂ ਨੇ ਆਪਣੇ ਦਰਵਾਜ਼ੇ, ਆਪਣੀਆਂ ਖਿੜਕੀਆਂ, ਇਹਨਾਂ ਦਾ ਕੰਮ ਨਹੀਂ ਕਰਵਾਇਆ। ਮੈਂ ਕੰਟਰੈਕਟ ਥੋੜ੍ਹਾ ਨਾ ਇਹਨਾਂ ਨਾਲ ਸਾਈਨ ਕੀਤਾ ਹੈ ਕਿ ਮੈਂ ਇਹਨਾਂ ਦਾ ਕੰਮ ਕਰਾਂਗਾ। ਜੋ ਮੇਰੇ ਕੋਲ ਚੱਲ ਕੇ ਆਵੇਗਾ ਮੈਂ ਤਾਂ ਉਸ ਦੀ ਸੁਣਾਂਗਾ ਅਤੇ ਉਸ ਦਾ ਹੀ ਕੰਮ ਕਰਾਂਗਾ। ਫਿਰ ਇਸ ਦਾ ਮਤਲਬ ਇਹ ਥੋੜ੍ਹਾ ਹੈ ਕਿ ਮੈਂ ਇਹਨਾਂ ਦੇ ਪਿੱਛੇ ਪਿੱਛੇ ਫਿਰਦਾ ਰਹਾਂ, ਇਹਨਾਂ ਪਿੱਛੇ ਫਿਰ ਕੇ ਮੈਂ ਇਹਨਾਂ ਦਾ ਖਿਆਲ ਰੱਖਾਂ ਅਤੇ ਇਹਨਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬਣਾਵਾਂ। ਕਿਉਂ ਤੁਸੀਂ ਪਾਗਲਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ? ਉਹ ਪੁਰਖ ਕਹਿੰਦਾ, ਇਹ ਤਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਤੁਹਾਡਾ ਦਿਮਾਗ ਠੀਕ ਹੈ। ਉਹ ਕਹਿੰਦਾ, ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਦਰਵਾਜ਼ੇ ਡਿੱਗੇ ਹੋਏ ਹਨ, ਜੇ ਇਹ ਮੇਰੇ ਕੋਲ ਆਉਣਗੇ ਹੀ ਨਹੀਂ ਤਾਂ ਮੈਂ ਇਹਨਾਂ ਦੀ ਜ਼ਿੰਮੇਵਾਰੀ ਲਈ ਹੋਈ ਹੈ। ਤੁਸੀਂ ਤਾਂ ਛੋਟੀ ਜਿਹੀ ਹੱਟੀ ਦੇ ਮਾਲਕ ਹੋ ਅਤੇ ਕਹਿੰਦੇ ਹੋ ਵੀ ਮੈਂ ਇਹਨਾਂ ਦੇ ਮਗਰ ਮਗਰ ਘੁੰਮਾਂ। ਇੱਕ ਵਾਰ ਧਿਆਨ ਦਿਓ, ਉਹ ਅਕਾਲ ਪੁਰਖ ਤਾਂ ਸਾਰੀ ਦੁਨੀਆ ਨੂੰ ਚਲਾਉਂਦਾ। ਪਰਮਾਤਮਾ ਵੀ ਇੰਨਾ ਵੇਲਾ ਨਹੀਂ ਹੈ। ਜੋ ਰੱਬ ਟਾਈਮ ਕੱਢ ਕੇ ਉਹਨਾਂ ਨੂੰ ਯਾਦ ਕਰਦਾ, ਜੋ ਰੱਬ ਨੂੰ ਯਾਦ ਕਰਨਗੇ ਰੱਬ ਵੀ ਉਹਨਾਂ ਨੂੰ ਯਾਦ ਕਰੇਗਾ। ਉਹਦੇ 'ਤੇ ਆਪਣੀ ਰਹਿਮਤ ਕਰਦਾ ਹੈ। ਜੋ ਪ੍ਰਭੂ ਦੀ ਭਗਤੀ ਕਰਦਾ ਹੈ ਰੱਬ ਵੀ ਉਹਦੇ 'ਤੇ ਮਿਹਰ ਭਰਿਆ ਹੱਥ ਰੱਖਦਾ ਅਤੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਅਤੇ ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ। ਪਰ ਇਹ ਮਨੁੱਖ ਤਾਂ ਦੁਨੀਆ ਤੋਂ ਮੰਗੀ ਜਾ ਰਿਹਾ, ਫਿਰ ਉਹ ਪਰਮਾਤਮਾ ਉਹਦੇ ਦੁੱਖਾਂ ਨੂੰ ਕਿਵੇਂ ਦੂਰ ਕਰੇ? ਦਿਨ ਬੰਦਾ ਕਹਿੰਦਾ ਹੈ ਅੱਲਾ ਦੇ ਨਾਮ 'ਤੇ ਦੇ ਦੇ, ਵਾਹਿਗੁਰੂ ਦੇ ਨਾਮ 'ਤੇ ਦੇ ਦੇ। ਉਹ ਬੰਦਿਆ, ਤੂੰ ਸਿੱਧਾ ਹੀ ਉਸ ਤੋਂ ਕਿਉਂ ਨਹੀਂ ਮੰਗਦਾ? ਦੁਖੀ ਮਨੁੱਖ ਦੁਖੀ ਕਿਉਂ ਹੈ? ਮੰਗਣ ਵਾਲਾ ਮੰਗਤਾ ਕਿਉਂ ਹੈ? ਇਹ ਸਭ ਇਸੇ ਕਾਰਨ ਹਨ ਕਿਉਂਕਿ ਇਹਨਾਂ ਪਰਮਾਤਮਾ ਦੇ ਦਰ 'ਤੇ ਨਹੀਂ ਪਹੁੰਚੇ। ਜਿਹੜਾ ਇਨਸਾਨ ਗੁਰਦੁਆਰੇ ਪਹੁੰਚ ਜਾਏਗਾ, ਆਪਣਾ ਧਿਆਨ ਗੁਰੂ ਦੀ ਭਗਤੀ ਵਿੱਚ ਲਾ ਲਵੇਗਾ, ਉਹਦੇ ਜੀਵਨ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਉਹਦੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ, ਕਸ਼ਟ ਸਭ ਕੁਝ ਦੂਰ ਹੋ ਜਾਣਗੇ। ਜੋ ਸੱਚੇ ਮਨ ਤੋਂ ਪਰਮੇਸ਼ਰ ਨਾਲ ਜੁੜ ਗਿਆ, ਫਿਰ ਉਹ ਕਦੇ ਦੁਖੀ ਨਹੀਂ ਹੋ ਸਕਦਾ। ਜੋ ਅੰਦਰਾਂ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹ ਉਸ ਪ੍ਰਭੂ ਨੂੰ ਪਾ ਲੈਂਦਾ ਹੈ। ਉਹਨਾਂ ਦੇ ਸਾਰੇ ਦੁੱਖ ਕਸ਼ਟ ਨਾਸ ਹੋ ਜਾਂਦੇ ਹਨ। ਤੋ ਇਹ ਸਭ ਦੁਖੀ ਦੇਖ ਰਿਹਾ ਨਾ, ਇਹ ਦੁਖੀ ਇਸੇ ਵਜ੍ਹਾ ਕਰਕੇ ਹਨ ਕਿਉਂਕਿ ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਬੰਦਗੀ ਨਹੀਂ ਕੀਤੀ, ਉਸ ਪ੍ਰਭੂ ਨੂੰ ਯਾਦ ਹੀ ਨਹੀਂ ਕੀਤਾ। ਜੇ ਉਹਦੇ ਤੱਕ ਪਹੁੰਚ ਜਾਵੇਗਾ ਤਾਂ ਪ੍ਰਭੂ ਇਹਨਾਂ ਦੇ ਸਹਾਈ ਵੀ ਹੋ ਜਾਣਗੇ। ਜਦੋਂ ਇੰਨੀ ਗੱਲ ਕਹੀ ਤਾਂ ਉਸਨੇ ਹੱਥ ਜੋੜ ਲਏ ਅਤੇ ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਭਲੇ ਪੁਰਖਾ, ਤੂੰ ਸੱਚੀ ਕਿਹਾ ਸੀ। ਉਹਦੀਆਂ ਅੱਖਾਂ ਤਾਂ ਖੁੱਲ੍ਹ ਗਈਆਂ। ਹੁਣ ਸਾਡੀ ਵਾਰੀ ਹੈ। ਸਾਡੇ ਸਾਰਿਆਂ ਦੀਆਂ ਅੱਖਾਂ ਕਦੋਂ ਖੁੱਲ੍ਹਣਗੀਆਂ? ਅਸੀਂ ਵੀ ਇਹ ਸੋਚ ਵਿਚਾਰ ਕਰੀਏ, ਜੇ ਸਾਨੂੰ ਵੀ ਪਰਮੇਸ਼ਵਰ ਦੀ ਕਿਰਪਾ ਚਾਹੀਦੀ ਹੈ ਤਾਂ ਅਸੀਂ ਵੀ ਪਰਮੇਸ਼ਵਰ ਦੇ ਰਾਹ ਉੱਤੇ ਚੱਲਣਾ ਪਵੇਗਾ, ਉਹਨੂੰ ਜਾਣਨਾ ਪਵੇਗਾ, ਇਹ ਝੂਠਾਂ ਨੂੰ ਛੱਡਣਾ ਪਵੇਗਾ, ਇਹ ਜੋ ਪੈਸਿਆਂ ਦੇ ਲੋਭ ਤੋਂ ਦੂਰ ਹੋਣਾ ਪਵੇਗਾ। ਬਾਣੀ ਬਹੁਤ ਮਹਾਨ ਹੈ, ਜਿਸ ਨੇ ਸਾਡੇ ਮਨ ਤਨ ਸਭ ਨੂੰ ਪਵਿੱਤਰ ਕਰ ਦੇਣਾ। ਅਸੀਂ ਸਿਰਫ ਆਪਣੀਆਂ ਛੋਟੀਆਂ ਛੋਟੀਆਂ ਮੰਗਾਂ ਹੀ ਕਿ ਰੱਬ ਸਾਡਾ ਸਾਰਾ ਕੁਝ ਪੂਰਾ ਕਰ ਦੂਗਾ। ਇੱਕ ਵਾਰੀ ਉਸ ਅੱਗੇ ਮੰਗ ਕੇ ਤਾਂ ਦੇਖੋ। ਰੋਜ਼ ਗੁਰਦੁਆਰੇ ਜਾਇਆ ਕਰੋ, ਪਾਠ ਕਰਿਆ ਕਰੋ, ਸੱਚੇ ਮਨ ਨਾਲ ਕਰਿਆ ਕਰੋ, ਕਿਸੇ ਦੀ ਮਦਦ ਕਰਿਆ ਕਰੋ, ਹਰ ਟਾਈਮ ਧਰਮ ਦੇ ਕੰਮਾਂ ਲਈ ਅੱਗੇ ਹੋ ਕੇ ਰਿਹਾ ਕਰੋ। ਜੇ ਤੁਸੀਂ ਕਿਸੇ ਦੀ ਮਦਦ ਕਰੋਗੇ, ਰੱਬ ਵੀ ਖੁਸ਼ ਹੋਏਗਾ, ਰੱਬ ਵੀ ਤੁਹਾਡੀ ਮਦਦ ਕਰੂਗਾ। ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਸਿਰਫ ਜਨਮ ਮਰਨ ਦਾ ਗੇੜ ਹੀ ਨਹੀਂ ਕੱਟਿਆ ਜਾਵੇਗਾ, ਬਲਕਿ ਜੀਵ ਸਦਾ ਸਦਾ ਲਈ ਸੁਖੀ ਹੋ ਜਾਵੇਗਾ। ਸਦੀਵੀ ਸੁੱਖ ਅਤੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਉਦੋਂ ਮਨ ਤਨ ਧਨ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ ਅਤੇ ਗੁਰੂ ਦੀ ਸੇਵਾ ਨਿਸ਼ਕਾਮ ਹੋ ਜਾਂਦੀ ਹੈ। ਸੋ ਦੁੱਖ ਤੋਂ ਨਿਕਲਣ ਦਾ ਤਰੀਕਾ ਇਹੋ ਹੈ ਕਿ ਸਤਿਗੁਰ ਦੀ ਸੇਵਾ ਵਿੱਚ ਰਹਿ ਕੇ ਗੁਰੂ ਦੀ ਸੇਵਾ ਕੀਤੀ ਜਾਵੇ। ਸੁੱਖ ਮਿਲੇਗਾ, ਜਨਮ ਸਫਲ ਹੋਵੇਗਾ। ਨਹੀਂ ਤਾਂ ਮਨੁੱਖਾ ਜਨਮ ਦਾ ਲਾਹਾ ਲਏ ਬਗੈਰ ਜਨਮ ਬਿਰਦਾ ਗਵਾ ਕੇ ਫਿਰ 84 ਦੇ ਚੱਕਰ ਵਿੱਚ ਪੈ ਜਾਵਾਂਗੇ, ਫਿਰ ਉਹੀ ਜਨਮ ਮਰਨ ਦੇ ਚੱਕਰ 'ਚ ਪੈ ਜਾਵਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਦਿਆਲ ਹੋ ਜਾਣ ਤਾਂ ਸਿੱਖ ਨੂੰ ਕੋਈ ਘਾਟ ਨਹੀਂ ਰਹਿ ਜਾਂਦੀ। ਸਿੱਖ ਦੀਆਂ ਸਾਰੀਆਂ ਸ਼ਰਧਾ ਪੂਰੀਆਂ ਹੋ ਜਾਂਦੀਆਂ ਹਨ ਅਤੇ ਸਿੱਖ ਨੂੰ ਕਦੇ ਵੀ ਦੁੱਖਾਂ ਦੀ ਮਾਰ ਜਾਂ ਸ਼ਰਧਾ ਨਾ ਪੂਰਨ ਵਾਲੀ ਝੁਰਨਾ ਨਹੀਂ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ। ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ। ਜੇ ਤੁਹਾਡੀ ਕੋਈ ਰਾਏ ਜਾਂ ਉਹ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ।
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਸੀ ਦਾ ਪੰਜਾਬ ਲਾਈਵ।